ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਮਨਜੋਤ ਸਿੰਘ। ਅੱਜ ਦੇ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ। ਟੀਟੂ ਬਾਣੀਆਂ ਵੱਲੋਂ ਅਨੋਖਾ ਪ੍ਰਦਰਸ਼ਨ। ਪੰਜਾਬ ਦੇ 92 ਵਿਧਾਇਕਾਂ ਦੀਆਂ ਪਤਨੀਆਂ ਨੂੰ 1000 ਰੁਪਏ ਦੇਣ ਦਾ ਕੀਤਾ ਐਲਾਨ। ਕੇਂਦਰ ਸਰਕਾਰ ਤੋਂ ਪਰਾਲੀ ਦਾ ਮੰਗਿਆ ਮੁਆਵਜ਼ਾ, ਕੀਤੀ ਕੋਰੀ ਨਾ ਭਗਵੰਤ ਮਾਨ। ASI ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ। ਸਿੱਧੂ ਮੂਸੇਵਾਲਾ ਹੱਤਿਆਕਾਂਡ, 6ਵਾਂ ਸ਼ੂਟਰ ਦੀਪਕ ਮੁੰਡੀ ਤੇ ਕਪਿਲ ਪੰਡਿਤ ਗ੍ਰਿਫਤਾਰ। ਚਾਰਲਸ III ਬ੍ਰਿਟੇਨ ਦੇ ਨਵੇਂ ਰਾਜਾ ਘੋਸ਼ਿਤ। ਹੁਣ ਇਹ ਖਬਰਾਂ ਵਿਸਥਾਰ 'ਚ। ਹਮੇਸ਼ਾ ਹੀ ਆਪਣੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਲਈ ਜਾਣੇ ਜਾਂਦੇ ਕਮੇਡੀਅਨ ਅਤੇ ਸਮਾਜ ਸੇਵੀ ਜੈ ਪ੍ਰਕਾਸ਼ ਜੈਨ ਉਰਫ ਟੀਟੂ ਬਾਣੀਆਂ ਵੱਲੋਂ ਅੱਜ ਲੁਧਿਆਣਾ ਦੇ DC ਆਫਿਸ ਦੇ ਬਾਹਰ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਉਹਨਾਂ ਨੇ ਪੰਜਾਬ ਦੀ ਆਪ ਸਰਕਾਰ ਨੂੰ ਔਰਤਾਂ ਲਈ ਕੀਤੇ ਵਾਅਦੇ ਨੂੰ ਯਾਦ ਕਰਾਉਂਦੇ ਹੋਏ ਪੰਜਾਬ ਦੇ 92 ਵਿਧਾਇਕਾਂ ਦੀਆਂ ਪਤਨੀਆਂ ਅਤੇ ਹੋਰ ਦੂਜੀਆਂ ਮਹਿਲਾ ਰਿਸ਼ਤੇਦਾਰਾਂ ਲਈ 1000 ਰੁਪਏ ਮਹੀਨਾ ਦੇਣ ਦਾ ਆਫਰ ਦਿੱਤਾ ਗਿਆ। ਉਹਨਾਂ ਕਿਹਾ ਕਿ 92 ਵਿਧਾਇਕਾਂ ਦੀਆਂ ਪਤਨੀਆਂ ਅਤੇ ਹੋਰ ਦੂਸਰੀਆਂ ਮਹਿਲਾ ਰਿਸ਼ਤੇਦਾਰ ਆਪਣੇ ਸਾਰੇ ਕਾਗਜ਼ਾਤ ਲੈ ਕੇ ਉਹਨਾਂ ਕੋਲ ਆ ਜਾਣ, ਉਹ 1000 ਰੁਪਈਆ ਮਹੀਨਾ ਉਹਨਾਂ ਨੂੰ ਦੇਣਗੇ। ਹਾਂਜੀ ਬਣਿਆ ਜੀ, ਪਹੁੰਚੋ ਡੀਸੀ ਦਾ। ਸਭ ਤੋਂ ਪਹਿਲਾਂ ਟੀਟੂ ਬਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਭਗਵੰਤ ਮਾਨ ਜੀ ਨੂੰ ਵਾਅਦਾ ਚਿੱਤੇ ਕਰਾਉਣ ਆਇਆ ਵਾਂ ਕਿ ਭਗਵੰਤ ਮਾਨ ਜੀ, ਜਦੋਂ ਤੁਹਾਡੀ ਸਰਕਾਰ ਆਉਣ ਵਾਲੀ ਸੀਗੀ, ਤੁਹਾਡੇ ਬੰਦੇ ਗਲੀਆਂ 'ਚ ਜਾ ਕੇ ਸਾਡੀਆਂ ਭੈਣਾਂ ਨੂੰ, ਸਾਡੇ ਮਾਵਾਂ ਨੂੰ ਫਾਰਮ ਭਰ ਰਹੇ ਸੀਗੇ। ਕਹਿੰਦੇ ਸੀ 1000 ਰੁਪਏ ਪੈਨਸ਼ਨ ਦੇਵਾਂਗੇ, ਅਤੇ ਨਾਲੇ ਉਹਨਾਂ ਨੇ ਮੋਬਾਈਲ ਨੰਬਰ ਵੀ ਭੈਣਾਂ ਦੇ ਲੈ ਗਏ ਸੀਗੇ ਕਰਾ, ਅਤੇ ਸਾਡੀਆਂ ਭੈਣਾਂ ਨੂੰ ਤੁਸੀਂ ਜਲੀਲ ਕੀਤਾ, ਕਿਉਂਕਿ ਹੁਣ ਤੁਹਾਡੀ ਸਰਕਾਰ ਹੈਗੀ ਆ 1000 ਰੁਪਏ ਦੀ ਤੁਸੀਂ ਗੱਲ ਹੀ ਨਹੀਂ ਕਰ ਰਹੇ। ਤੁਸੀਂ ਵਾਅਦਾ ਕੀਤਾ ਸੀਗਾ, ਤੁਸੀਂ ਮੁੱਕਰ ਰਹੇ ਹੋ, ਪਰ ਟੀਟੂ ਬਾਣੀਆਂ ਨੇ ਵਾਅਦਾ ਨਹੀਂ ਕੀਤਾ। ਟੀਟੂ ਬਾਣੀਆਂ ਅੱਜ ਜਿਹੜੇ ਤੁਹਾਡੇ 92 MLA ਬਣੇ ਆ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ, ਫੀਮੇਲ ਔਰਤਾਂ ਨੇ, ਉਹਨਾਂ ਵਾਸਤੇ 1000 ਰੁਪਏ ਪੈਨਸ਼ਨ ਦੇਣ ਵਾਸਤੇ ਟੀਟੂ ਬਾਣੀਆਂ DC ਦਫ਼ਤਰ ਲੁਧਿਆਣੇ ਬੈਠਾ ਵਾ ਕਰਾ। ਮੈਂ ਬੇਨਤੀ ਕਰਦਾ ਵਾਂ ਵੀ ਸਾਰੇ MLA ਨੂੰ ਆਧਾਰ ਕਾਰਡ ਲੈ ਕੇ, ਇੱਕ ਫੋਟੋ ਲੈ ਕੇ, ਇੱਕ ਬੈਂਕ ਦੀ ਕਾਪੀ ਲੈ ਕੇ ਅਤੇ ਇੱਕ ਪ੍ਰੂਫ ਲੈ ਕੇ ਵੀ ਅਸੀਂ MLA ਦੇ ਰਿਸ਼ਤੇਦਾਰ ਹਾਂ, ਮੇਰੇ ਕੋਲ ਭੇਜੋ, ਕਿਉਂਕਿ ਤੁਸੀਂ ਵਾਅਦਾ ਕਰਕੇ ਪੈਨਸ਼ਨਾਂ ਨਹੀਂ ਦਿੱਤੀਆਂ ਅਤੇ ਟੀਟੂ ਬਾਣੀਆਂ ਤੁਹਾਡੇ ਨਾਲ ਵਾਅਦਾ ਕਰਦਾ ਵਾ। ਟੀਟੂ ਬਾਣੀਆਂ ਬਗੈਰ ਵਾਅਦੇ ਤੋਂ ਤੁਹਾਡੇ ਘਰਦਿਆਂ ਨੂੰ ਪੈਨਸ਼ਨਾਂ ਦੇਊਗਾ, ਅਤੇ ਨਾਲੇ ਪੈਨਸ਼ਨਾਂ ਵੀ ਇੱਦਾਂ ਦੇਊਗਾ ਵੀ ਨਾ ਤਾਂ ਕੋਈ SC ਦਾ ਚੱਕਰ ਆ, ਨਾ BC ਦਾ ਚੱਕਰ ਆ, ਅਤੇ ਨਾ ਹੀ ਜਨਰਲ ਕੈਟਾਗਰੀ ਦਾ ਚੱਕਰ ਆ। ਜਿਵੇਂ ਤੁਸੀਂ ਸਾਨੂੰ ਗਦੀ ਗੇੜ ਪਾਇਆ ਆ, ਬਿਜਲੀ ਜਦੋਂ ਮਾਫ ਕੀਤੀ ਆ ਵੀ ਇਹਨੂੰ ਮਿਲੂਗੀ, ਇਹਨੂੰ ਨਹੀਂ ਮਿਲਣੀ, ਇਹਨੂੰ ਮੈਨੂੰ ਪਤਾ ਵਾ ਜਦੋਂ ਤੁਸੀਂ 1000 ਰੁਪਏ ਪੈਨਸ਼ਨ ਲਾਓਗੇ ਤਾਂ ਤੁਸੀਂ ਫੇਰ ਆ ਡਰਾਮਾ ਕਰੋਗੇ SC ਦੀ, BC ਦੀ, ਆ ਜਨਰਲ ਕੈਟਾਗਰੀ ਦੀ। ਕਿਉਂਕਿ ਮੈਂ ਤਾਂ ਇੱਕ ਗੱਲ ਬੇਨਤੀ ਕਰਦਾ ਵਾਂ ਵੀ ਜਨਰਲ ਕੈਟਾਗਰੀ ਨੂੰ ਤਾਂ ਫਾਹਾ ਲਾ ਦਿਓ, ਹਰੇਕ ਪਾਸੇ ਜਨਰਲ ਕੈਟਾਗਰੀ ਫੇਲ ਆ। ਅਤੇ 1000 ਰੁਪਏ ਅੱਜ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਵਾਂ ਵੀ ਜ਼ਿਆਦਾ ਤੋਂ ਜਲਦ ਐਲਾਨ ਕਰ ਦਿਓ ਸਾਡੇ ਮਾਮਾ ਭੈਣਾਂ ਵਾਸਤੇ, ਜਾਂ ਲੈ ਲਓ, ਤੁਹਾਨੂੰ ਆਫਰ ਦੇ ਰਿਹਾ ਟੀਟੂ ਬਾਣੀਆਂ ਦਾ। ਤੁਸੀਂ 92 ਦੇ 92 ਵਿਧਾਇਕਾਂ ਨੂੰ ਆਫਰ ਕਰਦੇ ਹੋ, ਆਪਣੀ ਜੇਬ ਚੋਂ ਦਿਓਗੇ? ਹਾਂਜੀ ਜੇਬ 'ਚ ਦੇਵਾਂਗੇ ਬਾਈ ਜੀ। ਤੁਸੀਂ ਐਂ ਨਾ ਸਮਝੋ ਵੀ ਟੀਟੂ ਬਾਣੇ ਕੋਲ ਪੈਸੇ ਹੈ ਨਹੀਂ ਕਿਰਾ। ਬਿਜਲੀ ਦੇ ਸਾਰੇ ਮੇਰੇ ਘਰੇ ਤਾਂ ਜਾਂਦੇ ਹੀ ਨਹੀਂ, ED ਵਾਲੇ ਨਹੀਂ ਜਾਂਦੇ। ਮੈਂ ਗਰੰਟੀ ਦਿੰਦਾ ਵਾਂ ਆਸੂ ਤੋਂ ਵੱਧ ਨਿਕਲ ਗਏ ਪੈਸੇ। ਬੈਂਸਾ ਕੋਲ ਤਾਂ ਕੁਛ ਵੀ ਹੈ ਨਹੀਂ ਕਿਰਾ, ਮੇਰੇ ਘਰੋਂ ਮਾਰੋ ਰੇਡ, ਕੋਈ ਗੱਲ ਨਹੀਂ ਆ, ਪਰਵਾਹ ਨਹੀਂ ਆ। ਟੀਟੂ ਬਾਣੇ ਸਾਰਾ ਕੁਝ ਵੇਚ ਦੂਗਾ, ਪਰ ਅਸੀਂ ਫਾਰਮ ਭਰ ਕੇ ਜਲੀਲ ਨਹੀਂ ਕਰਦੇ ਔਰਤਾਂ ਨੂੰ ਕਰਾ, ਸਾਡੀ ਮਾਵਾਂ ਭੈਣਾਂ ਨੂੰ। ਅਸੀਂ ਤਾਂ ਡਾਇਰੈਕਟ ਪੈਨਸ਼ਨ ਲਾਵਾਂਗੇ, ਆਓ ਸਾਡੇ ਕੋਲ ਕਰਾ। ਕੀ ਮੰਗ ਕੀ ਹੈ ਵੀ ਕਿੱਦਾਂ ਦੇ, ਮਤਲਬ ਕੀ ਲੈ ਕੇ ਆਉਣਾ ਉਹ ਤੁਹਾਡੇ ਕੋਲ? ਮੈਂ ਆਹੀ ਗੱਲ ਵੀ ਇੱਕ ਆਧਾਰ ਕਾਰਡ ਦੀ ਕਾਪੀ, ਇੱਕ ਫੋਟੋ, ਇੱਕ ਬੈਂਕ ਦੀ ਕਾਪੀ ਕਰਾ, ਅਤੇ ਇੱਕ ਪ੍ਰੂਫ ਵੀ ਅਸੀਂ MLA ਦੇ ਰਿਸ਼ਤੇਦਾਰ, ਬਸ। ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਤੁਸੀਂ ਕਹਿ ਦੋ ਜੀ ਆ ਮੈਂ ਅਸੀਂ ਚੈੱਕ ਕੀਤਾ ਵਾ ਵੀ ਇਹ ਹੱਕਦਾਰ ਨਹੀਂ ਹੈਗੇ, ਇਹਨਾਂ ਦੀ ਇਨਕਮ ਵੱਧਦਾ ਜੇ ਉਹ। ਮੈਂ ਜੀ ਟੀਟੂ ਬਾਣੀਆਂ ਕਦੇ ਵੀ ਸਿਆਸਤ ਨਹੀਂ ਕਰਦਾ ਕਰਾ। ਟੀਟੂ ਬਾਣੀਆਂ ਕਦੇ ਨਹੀਂ ਕਹੂਗਾ ਵੀ ਇਹਦੀ ਇਨਕਮ ਜ਼ਿਆਦਾ ਵਾ, ਕਿਉਂਕਿ ਜਦੋਂ ਵਾਅਦਾ ਕਰ ਹੀ ਲਿਆ, ਇਹਨਾਂ ਨੇ ਵੀ ਵਾਅਦਾ ਕੀਤਾ ਸੀਗਾ ਕਰਾ, ਜਦੋਂ ਵਾਅਦਾ ਕਰ ਲਿਆ ਤਾਂ ਟੀਟੂ ਬਾਣੀਆਂ ਫਿਰ ਡਰਨ ਵਾਲਾ ਬੰਦਾ ਨਹੀਂ ਆ, ਚਾਹੇ ਜੋ ਮਰਜ਼ੀ ਹੋ ਜੇ। ਅਤੇ ਨਾਲੇ 1 ਤਰੀਕ ਨੂੰ ਪੂਰੀ ਪੈਨਸ਼ਨ ਇਹਨਾਂ ਦੇ ਖਾਤੇ 'ਚ ਪਹੁੰਚ ਜਾ ਕਰੂਗੀ, 2 ਦੀ ਵੇਟ ਕਰਨ ਵਾਲਾ ਕੰਮ ਹੀ ਹੈ ਨਹੀਂ ਕਿਰਾ। ਅੱਛਾ, ਇੱਕ ਤੁਸੀਂ ਗੱਲ ਹੋਰ ਕੀਤੀ, ਤੁਸੀਂ ਜਿਹੜਾ ED ਤੇ ਵਿਜੀਲੈਂਸ ਨੂੰ ਸੱਦਾ ਦੇ ਰਹੇ ਹੋ ਵੀ ਆਉਣ ਤੇ ਚੈੱਕ ਕਰਨ। ਲੈ ਆਉਣ, ਆਹ ਤਾਂ ਨੰਗ ਮਲੰਗ ਨੇ, ਇਹਨਾਂ ਨੇ ਮੈਂ ਬਥੇਰੀਆਂ ਚੋਣਾਂ ਲੜੀਆਂ ਨੇ ਕਰਾ, ਮੇਰੇ ਘਰ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ। ਆਹ ਤਾਂ ਡਰਦੇ ਆ ਵੀ ED ਸਾਡੇ ਆ ਗਈ, ਵਿਜੀਲੈਂਸ ਆ ਗਈ, ਕਿਉਂਕਿ ਕਾਣੇ ਆ, ਵਿਰੋਧੀ ਧਿਰ ਦੀ ਭੂਮਿਕਾ ਨਹੀਂ ਇਹਨਾਂ ਨੇ ਨਿਭਾਈ। ਟੀਟੂ ਬਾਣੇ ਥਾਪੀਆਂ ਮਾਰ ਕੇ ਕਹਿੰਦਾ ਵੀ ਮੇਰੇ ਵੀ ਚੈੱਕ ਕਰੋ। ਮੈਂ 12 ਸਾਲ ਹੋ ਗਏ ਚੋਣ ਲੜਦੇ ਨੂੰ, ਮੈਂ ਕਹਿੰਦਾ ਇਮਾਨਦਾਰ ਬੰਦਾ ਵਾ, ਕੁਛ ਨਾ ਕੁਛ ਤਾਂ ਕਪਲਾ ਮੈਂ ਵੀ ਕੀਤਾ ਹੀ ਹੋਣਾ, ਕੱਢੋ, ਕੱਢਦੇ ਤਾਂ ਹੈ ਨਹੀਂ। ਆਹ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸੇ ਕਿਸਾਨਾਂ ਦੁਆਰਾ ਪਰਾਲੀ ਸਾੜਨ ਦੀ ਲਪੇਟ ਵਿੱਚ ਆਉਂਦੇ ਹਨ। ਇਸ ਕਾਰਨ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਜਾਂਦੀ ਹੈ ਅਤੇ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਇਸ ਨੂੰ ਰੋਕਣ ਦੇ ਯਤਨ ਕੀਤੇ ਜਾਂਦੇ ਹਨ, ਪਰ ਉਹ ਅਸਫਲ ਸਾਬਤ ਹੁੰਦੇ ਹਨ। ਇਸ ਦੌਰਾਨ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਪਰਾਲੀ ਨਾ ਸਾੜਨ ਲਈ
ਕਿਸਾਨਾਂ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਦੋਵਾਂ ਸੂਬਿਆਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪੈਸੇ ਦੇਣ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਰੱਖੀ ਸੀ, ਪਰ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਤਹਿਤ ਫੰਡ ਦੇਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਨੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ 1 ਲੱਖ ਤੋਂ ਵੱਧ ਮਸ਼ੀਨਾਂ ਤਾਇਨਾਤ ਕੀਤੀਆਂ ਜਾਣਗੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਸੂਚਨਾ ਜਿਹੜੀ ਹੈ ਸਾਂਝੀ ਕਰਨੀ ਹੈ, ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਲਿਖਿਆ ਸੀ, ਚਿੱਠੀ ਲਿਖੀ ਸੀ ਬਕਾਇਦਾ ਮਹਿਕਮੇ ਨੂੰ ਕਿ ਆਉਣ ਵਾਲੇ ਝੋਨੇ ਦਾ ਜਿਹੜਾ ਸੀਜ਼ਨ ਹੈ ਉਹਦੇ 'ਚ ਪਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਮਸਲਾ ਹੈ ਉਹਦੇ 'ਚ ਸਾਡੀ ਸਹਾਇਤਾ ਕੀਤੀ ਜਾਵੇ, ਹੈਲਪ ਕੀਤੀ ਜਾਵੇ ਕਿ 1500 ਰੁਪਏ ਪਰ ਏਕੜ ਜੇ ਸਾਨੂੰ ਸੈਂਟਰ ਦੇ ਦੇ ਤਾਂ ਅਸੀਂ 500 ਰੁਪਏ ਪਰ ਏਕੜ ਪੰਜਾਬ ਸਰਕਾਰ ਵੱਲੋਂ ਅਤੇ 500 ਪਰ ਏਕੜ ਦਿੱਲੀ ਵੱਲੋਂ, ਦਿੱਲੀ ਸਰਕਾਰ ਵੱਲੋਂ ਅਸੀਂ ਐਡ ਕਰਕੇ 2500 ਰੁਪਈਆ ਪਰ ਏਕੜ ਦੇ ਹਿਸਾਬ ਨਾਲ ਕਿਸਾਨਾਂ ਨਾਲ ਗੱਲ ਕਰਕੇ ਪਰਾਲੀ ਨਾ ਜਲਾਉਣ ਦਾ ਜਿਹੜਾ ਉਹ ਵਿੱਤੀ ਸਹਾਇਤਾ ਦੇ ਦਾਂਗੇ। ਪਰ ਕੇਂਦਰ ਸਰਕਾਰ ਨੇ ਸਾਡੀ ਇਹ ਜਿਹੜੀ ਮੰਗ ਹੈ ਉਹ ਠੁਕਰਾਤੀ ਹੈ। ਕੋਈ ਗੱਲ ਨਹੀਂ, ਜੇ ਸੈਂਟਰ ਸਰਕਾਰ ਨਹੀਂ ਸਾਥ ਦੇ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ 'ਤੇ ਹੱਥ ਧਰ ਕੇ ਬੈਠੇ ਰਹਾਂਗੇ। ਪੰਜਾਬ ਸਰਕਾਰ ਵੱਲੋਂ ਅਸੀਂ ਹਰ ਹੀਲਾ ਵਰਤਾਂਗੇ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਨਫੋਰਮੇਸ਼ਨ, ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ। ਉਹਦੇ ਵਾਸਤੇ ਮੈਂ ਸਾਰੇ ਅਫਸਰਾਂ ਨੂੰ ਬੋਲ ਦਿੱਤਾ ਹੈ ਕਿ ਕੋਈ ਨਾ ਕੋਈ ਹੋਰ ਆਈਡੀਆ ਦੱਸੋ ਕਿ ਆਪਾਂ ਪਰਾਲੀ ਨੂੰ ਜਿਹੜਾ ਉਹ ਖ਼ਤਮ ਕਰ ਸਕੀਏ ਅਤੇ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹ ਪ੍ਰੇਰਿਤ ਕਰ ਸਕੀਏ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ। ਕੁਛ ਅੰਕੜੇ ਨੇ ਮੇਰੇ ਕੋਲ, 75 ਲੱਖ ਏਕੜ ਦੇ ਲਗਭਗ ਝੋਨਾ ਜਿਹੜਾ ਉਹ ਪੰਜਾਬ ਦੇ ਵਿੱਚ ਬੀਜਿਆ ਗਿਆ, ਜਿਹਦੇ 'ਚੋਂ ਲਗਭਗ 37 ਲੱਖ ਏਕੜ ਜਿਹੜਾ ਝੋਨਾ ਹੈ ਉਹਦੇ 'ਤੇ ਪਹਿਲਾਂ ਹੀ ਜਿਹੜੇ ਕਿਸਾਨ ਨੇ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਜਾਂ ਤਾਂ ਉਹ ਮਸ਼ੀਨਾਂ ਵਰਤਦੇ ਨੇ ਜਾਂ ਕੋਈ ਹੋਰ ਤਰੀਕੇ ਵਰਤਦੇ ਨੇ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਤਾਂ ਜਿਹੜੇ 38 ਲੱਖ 39 ਲੱਖ ਜਿਹੜੇ ਰਹਿ ਗਏ ਉਹਨਾਂ ਵਾਸਤੇ ਅਸੀਂ ਇਸ ਵਾਰ ਇੱਕ ਹੋਰ ਪ੍ਰਬੰਧ ਕਰਨ ਬਾਰੇ ਸੋਚ ਰਹੇ ਹਾਂ ਕਿ ਆਪਾਂ ਮਸ਼ੀਨਾਂ ਹੀ ਇੰਨੇ ਵੱਡੇ ਪੱਧਰ 'ਤੇ ਦੇਈਏ ਕਿ ਉਹ ਜਿਹੜੀ ਪਰਾਲੀ ਹੈ ਉਹਨੂੰ ਖ਼ਤਮ ਕਰ ਦਿੱਤਾ ਜਾਵੇ। ਤਾਂ ਸਾਡੇ ਕੋਲ 1,05,000 ਮਸ਼ੀਨ ਜਿਹੜੀ ਹੈ ਉਹ ਅਵੇਲੇਬਲ ਹੋ ਜੂਗੀ। 1,05,000 ਇੱਕ ਮਸ਼ੀਨ ਜਿਹੜੀ ਹੈ ਉਹ ਇੱਕ ਦਿਨ ਦੇ ਵਿੱਚ 5 ਤੋਂ 6 ਏਕੜ ਪਰਾਲੀ ਜਿਹੜੀ ਹੈ ਉਹਦਾ ਖਾਤਮਾ ਕਰ ਦਿੰਦੀ ਹੈ। ਜੇ ਇਹ ਮਸ਼ੀਨ 8 ਤੋਂ 10 ਦਿਨ ਚੱਲੇ ਤਾਂ ਲਾ ਲਓ 40 ਤੋਂ 50 ਏਕੜ ਜਿਹੜਾ ਇੱਕ ਮਸ਼ੀਨ ਜਿਹੜੀ ਆ ਉਹ 8 ਤੋਂ 10 ਦਿਨਾਂ ਦੇ ਵਿੱਚ ਪਰਾਲੀ ਜਿਹੜੀ ਹੈ ਉਹਦਾ ਖਾਤਮਾ ਕਰ ਸਕਦੀ ਹੈ। ਅਤੇ ਜੇ 1 ਲੱਖ ਮਸ਼ੀਨ ਚੱਲਦੀ ਹੈ ਜਾਂ 1,05,000 ਚੱਲਦੀ ਹੈ ਤਾਂ 40 ਲੱਖ ਏਕੜ ਜਿਹੜਾ ਹੈ ਉਹ ਇਹਨਾਂ ਮਸ਼ੀਨਾਂ ਨਾਲ ਜਿਹੜੀਆਂ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ ਉਹਦੇ ਨਾਲ ਪਰਾਲੀ ਦਾ ਖਾਤਮਾ ਹੋ ਜਾਊਗਾ। ਜੇ ਅਸੀਂ ਪੂਰਾ ਸਹੀ ਵਰਤੋਂ ਕਰੀਏ ਅਤੇ ਆਪਣੀ ਪੂਰੀ ਸਮਰੱਥਾ 'ਤੇ ਮਸ਼ੀਨਾਂ ਨੂੰ ਚਲਾਈਏ, ਯਾਨੀ ਕਿ 8 ਦੀ ਬਜਾਏ 15 ਦਿਨ ਚਲਾ ਲਈਏ, ਤਾਂ ਤੁਸੀਂ ਇਹ ਲਾ ਲਓ ਕਿ ਲਗਭਗ 96-97%, ਮੈਂ ਇਹ ਨਹੀਂ ਕਹਿੰਦਾ ਕਿ 100% ਹੀ ਹੋ ਜਾਊਗਾ, 96-97% ਝੋਨੇ ਦਾ ਜਿਹੜਾ ਰਕਬਾ ਹੈ ਉਹਦੇ 'ਚੋਂ ਪਰਾਲੀ ਦਾ ਖਾਤਮਾ ਕੀਤਾ ਜਾ ਸਕਦਾ। ਸੋ ਅਸੀਂ ਇਹਦੇ 'ਤੇ ਵਿਚਾਰ ਕਰ ਰਹੇ ਹਾਂ। ਮੈਂ ਅਫਸਰਾਂ ਦੀ ਡਿਊਟੀ ਲਾਈ ਹੈ ਕਿ ਆਪਾਂ ਕਿਸ ਤਰੀਕੇ ਨਾਲ ਜਿਹੜਾ ਉਹ ਮਸ਼ੀਨ ਝੋਨਾ, ਕਿਉਂਕਿ ਝੋਨੇ ਤੋਂ ਬਾਅਦ ਨਾਲ ਹੀ ਅਸੀਂ ਕਣਕ ਬੀਜਣੀ ਹੁੰਦੀ ਹੈ, ਉਹ ਕਣਕ ਦੇ ਜਿਹੜੇ ਬੀਜਣ ਦੇ ਸਮਾਂ ਨਾ ਲੰਘੇ, ਲੇਟ ਨਾ ਹੋਵੇ, ਉਹ ਤੋਂ ਪਹਿਲਾਂ ਮਸ਼ੀਨਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਮਿਲ ਜਾਣ। ਇਹਦੇ ਬਾਰੇ ਮੈਂ ਕੁਛ ਪਲੈਨਿੰਗਸ ਬਣਾਉਣ ਲਈ ਆਖਿਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਕੁਛ ਹੋਰ ਜਾਣਕਾਰੀ ਡਿਟੇਲ ਸਹਿਤ ਇਸ ਸੰਬੰਧ ਦੇ ਵਿੱਚ ਸਾਂਝੀ ਕਰੂੰਗਾ। ਅਤੇ ਪੰਜਾਬ ਦੀ ਆਬੋ ਹਵਾ ਬਚਾਉਣਾ ਸਾਡਾ ਫਰਜ਼ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਪਵਨ ਜਿਹੜੀ ਹੈ ਹਵਾ ਨੂੰ ਗੁਰੂ ਦਾ ਦਰਜਾ ਸਾਡੇ ਗੁਰੂਆਂ ਨੇ ਦਿੱਤਾ ਹੈ, ਅਤੇ ਇਸ ਦਰਜੇ ਨੂੰ ਬਚਾਉਣ ਲਈ ਅਸੀਂ ਹਰ ਹੀਲਾ ਵਰਤਾਂਗੇ।
ਔਰ ਤੁਹਾਡੇ ਸਹਿਯੋਗ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ, ਜਿੱਥੇ ਕਿ ਹਰਿਆਣਾ ਥਾਣੇ 'ਚ ਤਾਇਨਾਤ ਬਤੌਰ ASI ਸਤੀਸ਼ ਕੁਮਾਰ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਜਿਵੇਂ ਹੀ ਇਸ ਘਟਨਾ ਦਾ ਪੁਲਿਸ ਵਿਭਾਗ 'ਚ ਪਤਾ ਲੱਗਿਆ ਤਾਂ ਪੁਲਿਸ ਦੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ। ਤੁਰੰਤ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕ ਸਤੀਸ਼ ਕੁਮਾਰ ਵੱਲੋਂ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਉਹਨਾਂ ਵੱਲੋਂ ਸਿੱਧੇ ਤੌਰ ਤੇ ਥਾਣਾ ਟਾਂਡਾ ਦੇ SHO ਓਂਕਾਰ ਸਿੰਘ ਬਰਾੜ ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਨੋਟਸ ਲਿਖਿਆ ਹੈ ਜੀ, ਕੀ ਲਿਖਿਆ ਉਹਨੇ? ਤੁਸੀਂ ਪੜ੍ਹਿਆ ਹੀ ਹੈਗਾ, ਦੱਸ ਦਿਓ ਕੀ ਸੀਗਾ। ਚਲੋ 5-10 ਮਿੰਟਾਂ ਜਾਂ ਘੰਟੇ ਬਾਅਦ ਪਤਾ ਲੱਗ ਜਾਊਗਾ ਜੀ। ਕੀ ਕਾਰਨ ਕੀ ਹੋਇਆ ਜਿਹੜਾ ਹੈਗਾ ਗੋਲੀ ਮਾਰਨ ਦਾ? ਉਹਨੇ ਨੋਟ ਸੁਸਾਈਡ ਨੋਟ ਵਿੱਚ ਲਿਖਿਆ ਹੋਇਆ। ਸਰ SHO ਟਾਂਡਾ ਦੇ ਉੱਤੇ ਆਰੋਪ ਲੱਗ ਰਹੇ ਨੇ ਜਿਹੜੇ ਸੁਸਾਈਡ ਨੋਟ ਕਹਿੰਦੇ ਲਿਖਿਆ ਪਿਆ, ਗੱਲ ਸੱਚੀ ਹੈ? ਇਨਵੈਸਟੀਗੇਸ਼ਨ ਤੋਂ ਬਾਅਦ ਲੱਗ ਜੂਗਾ। ਮੈਂ ASI ਸਤੀਸ਼ ਕੁਮਾਰ ਥਾਣਾ ਹਰਿਆਣਾ ਵਿਖੇ ਬਤੌਰ ਤਫਤੀਸ਼ੀ ਅਫਸਰ ਲੱਗਾ ਹਾਂ। ਮੈਂ 1990 ਦਾ ਭਰਤੀ ਹਾਂ ਤੇ 1994 ਦਾ ਲੋਅਰ ਪਾਸ ਹਾਂ। ਇੰਟਰ ਕੀਤੀ ਨੂੰ ਵੀ ਮੈਨੂੰ ਕਰੀਬ 3 ਸਾਲ ਹੋ ਚੁੱਕੇ ਆ। ਮਿਤੀ 8/9/22 ਨੂੰ ਮੈਂ ਥਾਣਾ ਹਰਿਆਣਾ ਵਿਖੇ ਬਤੌਰ ਡਿਊਟੀ ਅਫਸਰ ਮੌਜੂਦ ਸੀ ਤਾਂ ਰਾਤ 2 ਵਜੇ ਇੰਸਪੈਕਟਰ ਓਂਕਾਰ ਸਿੰਘ SHO ਟਾਂਡਾ ਚੈਕਿੰਗ ਕਰਨ ਆਏ, ਜਿਨ੍ਹਾਂ ਨੇ ਮੈਨੂੰ ਬੁਲਾਇਆ। ਮੈਂ 10 ਮਿੰਟ ਤੱਕ ਉਹਨਾਂ ਦੇ ਕੋਲ ਗਿਆ, ਜਿਨ੍ਹਾਂ ਨੇ ਮੈਨੂੰ ਪੁੱਛਿਆ ਕਿ ਸਵੇਰੇ ਹਾਈ ਕੋਰਟ ਮੈਟਰ ਕਿੰਨੇ ਲੱਗੇ ਹਨ, ਜਿਨ੍ਹਾਂ ਨੂੰ ਮੈਂ ਦੱਸਿਆ ਕਿ ਇੱਕ ਹੀ ਹਾਈ ਕੋਰਟ ਮੈਟਰ ਲੱਗਾ ਹੈ। ਜਿਨ੍ਹਾਂ ਨੇ ਮੈਨੂੰ ਕਿਹਾ ਕੀ ਲੱਗਾ ਹੈ, ਮੈਂ ਆਖਿਆ ਕਿ ਜਿਸ IO ਨੇ ਜਾਣਾ ਹੁੰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ। ਤੇ ਹੋਰ ਵੀ ਮੇਰੇ ਕੋਲੇ ਅਨਸਰਸਰੀ ਕੁਐਸਚਨ ਪੁੱਛੇ ਜਿਹੜੇ ਕਿ ਡਿਊਟੀ ਅਫਸਰ ਦੇ ਨਾਲ ਸੰਬੰਧ ਨਹੀਂ ਸੀ ਰੱਖਦੇ, ਤੇ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜਲੀਲ ਕੀਤਾ। ਜਿਨ੍ਹਾਂ ਨੇ ਆਖਿਆ ਕਿ ਤੈਨੂੰ ਕੁਝ ਵੀ ਨਹੀਂ ਪਤਾ, ਤੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਤੱਕ ਕੱਢ ਕੇ ਮੈਨੂੰ ਹੱਦ ਤੋਂ ਜ਼ਿਆਦਾ ਜਲੀਲ ਕੀਤਾ। ਮੈਂ ਉਸੇ ਵਕਤ ਸੋਚਿਆ ਕਿ ਮੈਂ ਉਹਨਾਂ ਨੂੰ ਆਖਿਆ ਕਿ ਇੱਦਾਂ ਜਲੀਲ ਕਰਨ ਨਾਲੋਂ ਮੈਨੂੰ ਗੋਲੀ ਮਾਰ ਦਵੋ, ਇਹਦੇ ਨਾਲੋਂ ਉਹ ਹੀ ਚੰਗਾ, ਜਲੀਲ ਨਾ ਕਰੋ। ਪਰ ਜਾਂਦੇ ਵਕਤ ਉਹ ਮੇਰੇ ਖਿਲਾਫ ਰੋਜ਼ਨਾਮੇ ਵਿੱਚ ਮੈਨੂੰ ਜਲੀਲ ਕਰਨ ਦੇ ਬਾਵਜੂਦ ਵੀ ਮੇਰੇ ਖਿਲਾਫ ਰਿਪੋਰਟ ਲਿਖ ਕੇ ਚਲੇ ਗਏ, ਜਿਸ ਸੰਬੰਧੀ ਮੈਂ ਸਵੇਰੇ SHO ਸਾਹਿਬ ਆਪਣਿਆਂ ਨੂੰ ਦੱਸਿਆ, ਜਿਨ੍ਹਾਂ ਨੇ ਵੀ ਕਿਹਾ ਕਿ ਬਹੁਤ ਹੀ ਮਾੜਾ SHO ਟਾਂਡੇ ਨੇ ਕੀਤਾ ਹੈ। SHO ਟਾਂਡਾ ਓਂਕਾਰ ਸਿੰਘ, ਜੋ ਕਿ ਬਹੁਤ ਹੀ ਮਾੜਾ ਵਤੀਰਾ ਛੋਟੇ ਮੁਲਾਜ਼ਮਾਂ ਨਾਲ ਰੱਖਦਾ ਹੈ, ਜਿਸ ਨੇ ਮੈਨੂੰ ਜਲੀਲ ਕਰਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਮੈਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਤੋਂ ਦੁਖੀ ਹੋ ਕੇ ਖਤਮ ਕਰਨੀ ਚਾਹ ਰਿਹਾ। ਮੇਰੀ ਮੌਤ ਦਾ ਜ਼ਿੰਮੇਵਾਰ ਇੰਸਪੈਕਟਰ ਓਂਕਾਰ ਸਿੰਘ SHO ਟਾਂਡਾ ਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਤੇ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਹੱਥ ਲੱਗੀ ਹੈ। ਸਿੱਧੂ ਕਤਲकांड ਵਿੱਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ AGTF ਤੇ ਸਪੈਸ਼ਲ ਸੈੱਲ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪੱਛਮੀ ਬੰਗਾਲ ਦੀ ਲੱਗਦੀ ਨੇਪਾਲ ਸਰਹੱਦ ਉੱਤੇ ਪੰਜਾਬ ਤੇ ਦਿੱਲੀ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਵਿੱਚ ਦੀਪਕ ਮੁੰਡੀ ਸਣੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਪੱਛਮੀ ਬੰਗਾਲ ਸਰਹੱਦ ਤੋਂ ਖੂਫੀਆ ਜਾਣਕਾਰੀਆਂ ਦੇ ਆਧਾਰ ਉੱਤੇ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਜਿੰਦਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਕਿੰਗਸ ਚਾਰਲਸ III ਬਰਤਾਨੀਆ ਦੇ ਨਵੇਂ ਬਾਦਸ਼ਾਹ ਹੋਣਗੇ। ਅੱਜ ਹੋਏ ਇਤਿਹਾਸਿਕ ਸਮਾਗਮ ਦੇ ਆਯੋਜਨ ਰਾਹੀਂ ਇਸ ਦਾ ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਗਿਆ। ਇਸ ਸਮਾਗਮ ਨੂੰ ਪਹਿਲੀ ਵਾਰ TV ਤੇ ਦਿਖਾਇਆ ਗਿਆ। ਇਸ ਦੇ ਨਾਲ ਹੀ ਉੱਥੇ ਇਕੱਠੇ ਹੋਏ ਲੋਕਾਂ ਨੇ ਸਭਾ ਦੇ ਕਲਰਕ ਦੇ ਸ਼ਬਦ ਗੋਡ ਸੇਵ ਦ ਕਿੰਗ ਦੁਹਰਾਇਆ। ਦੱਸ ਦਈਏ ਕਿ ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਸ਼ਨੀਵਾਰ ਨੂੰ ਅਧਿਕਾਰੀ ਤੌਰ ਤੇ 53 ਸਾਲਾ ਸਾਬਕਾ ਪ੍ਰਿੰਸ ਆਫ ਵੇਲਜ਼ ਨੂੰ ਤਾਜ ਪਹਿਨਾਇਆ ਗਿਆ। Ladies and gentlemen, it is my most sorrowful duty to announce to you the death of my beloved mother, the Queen. I know how deeply you, the entire nation, and I think I may say the whole world,
sympathise with me in the irreparable loss we've all suffered. It is the greatest consolation to me to know of the sympathy expressed by so many to my sister and brothers, and that such overwhelming affection and support should be extended to our whole family in our loss. To all of us as a family, as to this kingdom and the wider family of nations of which it is a part, my mother gave an example of lifelong love and of selfless service. My mother's reign was unequalled in its duration, its dedication and its devotion. Even as we grieve, we give thanks for this most faithful life. I am deeply aware of this great inheritance and of the duties and heavy responsibilities of sovereignty which have now passed to me. In taking up these responsibilities, I shall strive to follow the inspiring example I have been set in upholding constitutional government and to seek the peace, harmony and prosperity of the peoples of these islands and of the Commonwealth realms and territories throughout the world. In this purpose, I know that I shall be upheld by the affection and loyalty of the peoples whose sovereign I have been called upon to be. ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚਟਾਣਾ ਵਿਖੇ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਗੈਸ ਕਟਰ ਨਾਲ ਕੱਟ ਕੇ 8,70,000 ਰੁਪਏ ਲੁੱਟ ਲਏ। ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਨੇ ਫਰਾਰ ਹੋਣ ਤੋਂ ਪਹਿਲਾਂ CCTV ਕੈਮਰਿਆਂ ਦਾ ਵੀ ਨੁਕਸਾਨ ਕੀਤਾ। ਬੈਂਕ ਦੇ ਬ੍ਰਾਂਚ ਸਹਾਇਕ ਮੈਨੇਜਰ ਅਨਿਲ ਕੁਮਾਰ ਜੋ ਕਿ ਸਵੇਰ ਦੀ ਸੈਰ ਤੇ ਸਨ, ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ATM ਲੁੱਟਿਆ ਗਿਆ। ਹਾਂ, ਜਿਸ ਅਰਲੀ ਮਾਰਨਿੰਗ ਕੇ ਮੈਸੇਜ ਮਿਲਿਆ ਸੀਗਾ ਕਿ ਪਿੰਡ ਚਟਾਲਾ ਦਾ ਇੱਥੇ ਪੰਜਾਬ ਨੈਸ਼ਨਲ ਬੈਂਕ ਹੈਗਾ, ਉਹਦੇ ATM ਨੂੰ ਅਨਨੋਨ ਬੰਦਿਆਂ ਨੇ ਉਹਦੇ ਗੈਸ ਕਟਰ ਨਾਲ ਕੱਟ ਕੇ ਤੇ ਉਹਦੇ ਵਿੱਚ ਚੋਰੀ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ। ਮੇਰੇ ਸਮੇਤ ਮਾਨਯੋਗ DSP ਸਾਹਿਬ, SPD ਸਾਹਿਬ, DSPD ਸਾਹਿਬ, CIA ਸਟਾਫ, ਫਿੰਗਰਪ੍ਰਿੰਟ, ਫੋਰੈਂਸਿਕ ਸਾਇੰਸ ਟੀਮ ਸਾਡੀ ਆਈ ਹੋਈ ਹੈ ਸਾਰੀ। ਅਸੀਂ ਇਹਨੂੰ ਪ੍ਰੋਪਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਦੇ 'ਚ ਕਿੰਨਾ ਸਮਾਨ ਕੈਸ਼ ਚੋਰੀ ਹੋਇਆ, ਉਹ ਬੈਂਕ ਦੀ ਡਿਟੇਲ ਦੇ ਰਿਹਾ। ਆਫਟਰ ਡਿਟੇਲ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਉਹਦੀ ਕੀਤੀ ਜਾਊਗੀ। ਥੈਂਕ ਯੂ। ਸਰਪੰਚ ਸਾਹਿਬ ਦੱਸਣਾ, ਤੁਹਾਡੇ ਪਿੰਡ ਦੇ ਵਿੱਚ ਅੱਜ ਇੱਕ ਵੱਡੀ ਲੁੱਟ ਹੋਈ ਹੈ ਬੈਂਕ ਦੀ। ਜੀ ਸਰ। ਕੀ ਪਿੰਡ ਦੇ ਵਿੱਚ ਕੋਈ ਕੈਮਰੇ ਦਾ ਪ੍ਰਬੰਧ ਜਾਂ ਲਾਈਟ ਦਾ? ਸਰ, ਜਿਹੜੀਆਂ ਲਾਈਟਾਂ ਦਾ ਪਿੰਡ ਦੇ ਚਾਰੇ ਪਾਸੇ ਲੱਗੀਆਂ ਆ, ਲਾਈਟਾਂ ਦਾ ਪ੍ਰਬੰਧ ਹੈਗਾ। ਜਿਹੜਾ ਕੈਮਰਿਆਂ ਦੀ ਪ੍ਰੋਸੀਜਰ ਸੀਗਾ, ਇਹ ਜਿੱਦਾਂ ਹੀ ਸਾਨੂੰ ਆਰਡਰ ਆਏ ਪੰਚਾਇਤਾਂ ਨੂੰ ਕਿ ਕੈਮਰੇ ਵੀ ਪਿੰਡਾਂ ਚਾਹੀਦੇ, ਅਸੀਂ ਉਹਦੀ ਕੋਟੇਸ਼ਨ ਮੰਗਾਈ ਆ। ਕੈਮਰਿਆਂ ਦੀ ਵੀ ਅਸੀਂ ਕੋਈ ਹਫ਼ਤੇ ਦੇ ਅੰਦਰ ਅੰਦਰ ਹੀ ਕੈਮਰੇ ਲਗਾ ਦੇਣੇ ਸੀ, ਲੇਕਿਨ ਅਨਫੋਰਚੂਨੇਟਲੀ ਇਹ ਇਦਾਂ ਦੀ ਵਾਰਦਾਤ ਹੋ ਗਈ ਆ ਕਿ ਜਿਹੜਾ ਸਾਰਾ ਪਿੰਡ ਹੀ ਅਚੰਭੇ ਦੇ ਵਿੱਚ ਹੈ ਕਿ ਇਹ ਬਹੁਤ ਵੱਡੀ ਦੁਰਘਟਨਾ, ਵੱਡੀ ਲੁੱਟ ਹੋਈ। ਕਿੰਨੀ ਕੁ ਦੀ ਲੁੱਟ ਹੋਈ ਹੈ ਜੀ? ਮੇਰੇ ਖਿਆਲ ਜੋ ਬੈਂਕ ਵਾਲਿਆਂ ਦੇ ਆંકੜਿਆਂ ਦੇ ਹਿਸਾਬ ਨਾਲ 8 ਤੋਂ ਉੱਪਰ ਹੀ ਹੋਣੀ ਹੈ ਜੀ। ਸਾਨੂੰ ਪਰ ਪ੍ਰੋਪਰਲੀ ਮੈਨੂੰ ਨਹੀਂ ਪਤਾ, ਮਿਨੀਮਮ ਇਦਾਂ ਸੁਣਦੇ ਆ ਜੀ। ਜੀ। ਕੀ ਪਿੰਡ ਦੇ ਵਿੱਚ ਠੀਕਰੀ ਪੈਰਾ ਲੱਗਦਾ? ਸਰ, ਠੀਕਰੀ ਪੈਰਾ ਲੱਗਦਾ ਹੈ। ਇੱਥੇ ਹੈਗਾ ਜ਼ਿਆਦਾ ਮਜ਼ਦੂਰ ਤਬਕਾ, ਜਿੱਦਾਂ ਲੋਕ ਠੀਕਰੀ ਪੈਰਾ ਲਾਉਂਦੇ ਨੇ, ਕੁਛ ਆਉਂਦੇ ਕੁਛ ਨਹੀਂ ਆਉਂਦੇ, ਪਰ ਲੱਗਦਾ ਸੀ ਤੇ ਹੁਣ ਵੀ ਲੱਗਦਾ। ਪਰ ਠੀਕਰੀ ਪੈਰਾ ਇਦਾਂ ਜਦੋਂ ਲੋਕ ਕੁਛ ਸੌਂ ਜਾਂਦੇ, ਮਜ਼ਦੂਰ ਹੁੰਦੇ, ਉਹ ਇੱਕ ਪਾਸੇ ਨੂੰ ਪਿੰਡ ਵੱਡਾ ਆਲੇ ਦੁਆਲੇ, ਇੱਕ ਪਾਸੇ ਗਏ ਦੂਸਰੇ ਪਾਸੇ, ਇਦਾਂ ਦੀ ਵਾਰਦਾਤ ਹੋ ਜਾਂਦੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਰਸਮੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਹਨਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਨੂੰ ਰਾਸ਼ਟਰਪਤੀ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਪੰਜਾਬ ਦੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਗਿਆ। ਇਹ ਇੱਕ ਰਸਮੀ ਮੁਲਾਕਾਤ ਸੀ। ਇਸ ਮੁਲਾਕਾਤ ਜ਼ਰੀਏ ਉਹਨਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਉਹਨਾਂ ਵੱਲੋਂ ਪ੍ਰਵਾਨ ਕੀਤਾ ਗਿਆ। ਲੁਧਿਆਣਾ ਦੇ ਜਵਾਹਰ ਨਗਰ ਕੈਂਪ ਨਜ਼ਦੀਕ ਇੱਕ ਨਿਰਮਾਣ ਅਧੀਨ ਇਮਾਰਤ ਦੀ ਛੱਤ ਦਾ ਕੁਝ ਹਿੱਸਾ ਡਿੱਗਣ ਨਾਲ 2 ਵਿਅਕਤੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਲਾਕਾ ਨਿਵਾਸੀ ਅਤੇ ਮੌਕੇ ਤੇ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ 2 ਮੰਜ਼ਿਲਾ ਇਮਾਰਤ ਉੱਪਰ ਨਿਰਮਾਣ ਕਾਰਜ ਚੱਲ ਰਿਹਾ ਸੀ। ਇਸ ਦੌਰਾਨ ਬੱਲੀਆਂ ਖਿਸਕਣ ਕਾਰਨ ਲੈਂਟਰ ਦਾ ਕੁਝ ਹਿੱਸਾ ਡਿੱਗ ਪਿਆ, ਜਿਸ ਨਾਲ ਗਲੀ ਵਿੱਚ ਖੇਡ ਰਿਹਾ ਇੱਕ ਬੱਚਾ ਅਤੇ ਕੋਲ ਮੌਜੂਦ ਇੱਕ ਵਿਅਕਤੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ।
ਮਾੜੇ ਬੰਦੇ ਆ ਬਹੁਤ ਜ਼ਿਆਦਾ। ਮਦਦ ਗਲੀ ਮਹੱਲੇ ਵਾਲਿਆਂ ਕੋਲੋਂ ਲੈ ਕਿਸੇ ਕੋ 2000 ਕਿਸੇ ਕੋ 5000 ਇਕੱਠਾ ਲੈ ਕੇ ਲੈਂਟਰ ਚਾਹੁੰਦਾ ਸੀਗਾ, ਉਹ ਲੈਂਟਰ ਪਵਾਇਆ। ਕਿਸੇ ਵਜ੍ਹਾ ਕਰਕੇ ਬੱਲੀਆਂ ਕਮਜ਼ੋਰ ਸੀਗੀਆਂ, ਬੱਲੀਆਂ ਟੁੱਟ ਗਈਆਂ, ਉਹਦੇ ਕਾਰਨ ਛੱਤ ਗਿਰ ਗਈ। ਤੇ ਗਲਤੀ ਕਿਸੇ ਮਿਸਤਰੀ ਦੀ ਹੈ ਵੀ ਗਲਤੀ ਹੁਣ ਕੀ ਕਿਹਾ ਜਾ ਸਕਦਾ ਇਹਦੇ ਵਿੱਚ? ਮਿਸਤਰੀ ਦਾ ਵੀ ਕੋਈ ਦੋਸ਼ ਨਹੀਂ, 3-4 ਦਿਨ ਖੜੇ ਹੀ ਆ ਲੈਂਟਰ। ਕਾਫੀ ਗਰੀਬ ਪਰਿਵਾਰ ਹੈ ਜੀ, ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜੀ। ਪਿਓ ਇਹਨਾਂ ਦਾ 25-30 ਸਾਲ ਤੋਂ ਬਿਮਾਰ ਪਿਆ ਜੀ, ਬਿਲਕੁਲ ਉਹਨੂੰ ਕੋਈ ਸੁੱਧ ਬੁੱਧ ਨਹੀਂ, ਨਾ ਬੋਲਦਾ ਨਾ ਚੱਲਦਾ, ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਆਪਣੇ ਆਪ ਜੀ ਬਸ ਗੁੰਮ-ਸੁੰਮ ਜਿਹਾ ਹੋ ਕੇ ਖੜਾ ਵੀ ਜੀ। ਮੁੰਡਾ ਵੀ ਐਵੇਂ ਹੀ ਹੈ ਜੀ, ਉਹ ਵੀ ਵਿਚਾਰਾ ਮਾਤੜ ਸਾਥੀ ਹੈ, ਛੋਟਾ ਜਿਹਾ ਪਰਿਵਾਰ ਹੈ। ਗਲੀ ਮਹੱਲੇ ਨੇ ਸਾਰਿਆਂ ਰਲ ਕੇ ਇਹਦੀ ਮਦਦ ਕੀਤੀ। ਚਲੋ ਜੋ ਕੁਦਰਤ ਦਾ ਭਾਣਾ ਸੀਗਾ, ਚਲੋ ਜਾਨੀ ਨੁਕਸਾਨ ਨਹੀਂ ਹੋਇਆ, ਪਰਮਾਤਮਾ ਦਾ ਇੰਨਾ ਸ਼ੁਕਰ ਕਰਦੇ ਆ। ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ? ਸਰਕਾਰ ਨੂੰ ਅਪੀਲ ਇਹੀ ਕਰਦੇ ਆ ਵੀ ਜਿੰਨੀ ਕੁ ਹੋ ਸਕੇ ਇਹਨਾਂ ਦੀ ਮਦਦ ਕਰ ਦੇਣ। ਚਲੋ ਗਰੀਬ ਪਰਿਵਾਰ ਆ, ਕਿਸੇ ਹੈਗੇ ਹੱਥ ਨਾ ਅੱਡੇ। ਤੁਸੀਂ ਮਹੱਲੇ ਵਾਲੇ ਹੋ ਜੀ? ਮਹੱਲੇ ਵਾਲੇ ਸਾਡੇ ਕੋਲ ਜਿੰਨੀ ਹੋਗੀ ਅਸੀਂ ਕਰਾਂਗੇ ਜੀ। ਕਿਹੜਾ ਲੈਂਟਰ ਪੈ ਰਿਹਾ ਸੀ, ਲੈਂਟਰ ਪਹਿਲਾਂ ਪਿਆ ਹੋਇਆ ਸੀ, ਉਹ ਲੈਂਟਰ ਖੋਲ ਰਿਹਾ ਸੀ ਥੱਲੇ ਵਾਲਾ, ਤੇ ਜਦੋਂ ਉੱਪਰ ਵਾਲੀ ਦੀ ਇੱਕ ਬੱਲੀ ਟੁੱਟ ਗਈ ਅਚਾਨਕ, ਉਹ ਟੁੱਟਣ ਕਰਕੇ ਤੇ ਲੈਂਟਰ ਡਿੱਪਿਆ ਥੱਲੇ। ਉਹਦੇ ਨਾਲ ਜਿਹੜਾ ਨਾਲ ਗੁਆਂਢੀ ਸੀ, ਗੁਆਂਢੀਆਂ ਦੇ ਇੱਕ ਬੱਚੇ ਦੇ ਤੇ ਇੱਕ ਮਤਲਬ ਬੰਦਾ 45 ਸਾਲ ਦਾ, ਉਹਦੇ ਸੱਟ ਲੱਗੀ ਹੈ। ਨਾਰਮਲ ਸੱਟਾਂ ਨੇ, ਬਿਲਕੁਲ ਠੀਕ ਨੇ, ਬਹੁਤ ਤਗੜਾ ਬਚਾਅ ਹੋ ਗਿਆ। ਅਣਗਹਿਲੀ ਕਿਹਦੀ ਆਈ ਹੈ? ਅਣਗਹਿਲੀ ਤਾਂ ਹੁਣ ਦੇਖਦੇ ਹਾਂ ਜੀ, ਸਾਰੇ ਕਾਰਪੋਰੇਸ਼ਨ ਵਾਲੇ ਬੁਲਾਏ ਨੇ, ਦੇਖਦੇ ਹਾਂ ਕੀ ਹੈ। ਭਾਈ ਕਿੰਨੇ ਮੰਜ਼ਿਲ ਦੇ ਲੈਂਟਰ ਪੈ ਰਿਹਾ? ਤੀਜਾ ਲੈਂਟਰ ਹੈ ਜੀ। ਸਰ ਲੈਂਟਰ ਕਿੰਨੇ ਇੰਚੀ ਦਾ ਲੈਂਟਰ ਪਾ ਰਹੇ ਸੀ? ਕੋਈ ਮਨਜ਼ੂਰੀ ਲਿੱਤੀ ਸੀ ਇਹਨਾਂ ਨੇ? ਉਹ ਮਨਜ਼ੂਰੀ ਤਾਂ ਪਤਾ ਕਰਦੇ ਨਹੀਂ ਕੀ ਹੈ, ਮਨਜ਼ੂਰੀ ਲਈ ਹੈ ਜਾਂ ਕੀ, ਉਹ ਸਭ ਕੁਝ ਪਤਾ ਕਰਦੇ ਆ। ਜਿਨ੍ਹਾਂ ਦੇ ਸੱਟ ਲੱਗੀ ਹੈ ਜੀ, ਉਹ ਗਲੀ ਦੇ ਬੱਚੇ ਸੀ? ਉਹ ਨਾਲ ਨਹੀਂ ਗੁਆਂਢੀਆਂ ਦੇ ਸੀ ਬੱਚੇ, ਘਰ ਵਿੱਚ ਸੀ। ਇੱਕ ਬੱਚਾ ਸੀਗਾ ਜੀ, ਉਹਦੇ ਸਿਰ 'ਚ ਨਾਰਮਲ ਸੱਟ ਲੱਗੀ। ਇੱਕ 45 ਸਾਲ ਦਾ ਹੈਗਾ ਬੰਦਾ। ਕੋਈ ਜਾਨੀ ਮਾਲੀ ਨੁਕਸਾਨ ਨਹੀਂ, ਕੋਈ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਜੀ। ਮੌਕੇ ਤੇ ਪਹੁੰਚ 4 ਇੰਚ ਦਰਵਾਜ਼ੇ ਤੇ ਕੋਈ ਲੈਂਟਰ ਕਿਤੇ ਵੀ ਚਲੋ। ਹਾਂਜੀ। ਠੀਕ ਸਰ, ਕੋਈ ਪ੍ਰੋਵੀਜ਼ਨ ਵਗੈਰਾ ਕੋਈ ਹੈਗੀ ਜੀ? ਉਹ ਪਤਾ ਕਰਦੇ ਆ, ਚੈੱਕ ਕਰਦੇ ਆ ਜੀ, ਆਏ ਹੁਣ ਮੌਕਾ ਦੇਖ ਰਹੇ ਆ, ਦੇਖ ਤੁਹਾਨੂੰ ਦੱਸਦੇ ਆ। 1897 ਵਿੱਚ ਹੋਈ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਸਾਰਾਗੜ੍ਹੀ ਮਾਰਚ ਅਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਾਰਾਗੜ੍ਹੀ ਮਾਰਚ ਦੀ ਆਰੰਭਤਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ, ਜਦਕਿ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਮਾਗਮ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਰਹੀਆਂ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਸਿੱਖ ਫੌਜੀਆਂ ਦੀ ਬਹਾਦਰੀ ਦੀ ਉਗੜਵੀਂ ਮਿਸਾਲ ਹੈ, ਜਿਸ ਨੇ ਸਿੱਖ ਕੌਮ ਦੇ ਅਕਸ ਨੂੰ ਦੁਨੀਆ ਭਰ ਵਿੱਚ ਉਭਾਰਿਆ। ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਿੱਖ ਇਤਿਹਾਸ ਨੌਜਵਾਨ ਲਈ ਰਾਹ ਦਸੇਹਾ ਹੈ ਅਤੇ ਖਾਸ ਕਰ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਬੇहद ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਰਚਨਾ ਕੀਤੀ। ਇਹ ਸਿੱਖ ਪੰਥ ਜਿਹੜਾ ਸਿਧਾਂਤਕ ਤੌਰ ਤੇ ਇੱਕ ਅਕਾਲ ਪੁਰਖ ਦਾ ਪੁਜਾਰੀ ਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰ ਸ਼ਬਦ ਰਾਹੀਂ ਸਿੱਖ ਨੂੰ ਸਿੱਖਿਆ ਵੀ ਦਿੱਤੀ, ਤੇ ਜਿਨ੍ਹਾਂ ਨੇ ਗੁਰ ਸ਼ਬਦ ਨੂੰ ਗ੍ਰਹਿਣ ਕੀਤਾ ਉਹਨਾਂ ਨੂੰ ਭੈ ਤੋਂ ਤੇ ਲਾਲਚ ਤੋਂ ਵੀ ਮੁਕਤ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਵੀ ਇਸ ਧਰਤੀ ਤੇ ਬਾਬਰ ਨੂੰ ਜਾਬਰ ਕਹਿਣ ਦੀ, ਉਹ ਸੱਚ ਬੋਲਣ ਦੀ ਸਤਿਗੁਰੂ ਜੀ ਨੇ ਪਿਰਤ ਪਾਈ, ਜਿਹੜੀ ਅੱਜ ਤੱਕ ਉਵੇਂ ਚੱਲ ਰਹੀ ਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ, ਉਹਨਾਂ ਤੋਂ ਬਾਅਦ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਰਚਨਾ ਕਰਕੇ ਜਾਤ ਪਾਤ ਊਚ ਨੀਚ ਅਮੀਰ ਗਰੀਬ ਸਾਰਾ ਜਿਹੜਾ ਬਿਰਵਾ ਮਕਾ ਕੇ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਸਿੱਖ ਪੰਥ ਦੀ ਰਚਨਾ ਕੀਤੀ। ਜਿਹੜੇ ਵੀ ਗੁਰੂ ਕੇ ਸਿੱਖ ਪੁਰਾਤਨ ਇਤਿਹਾਸ ਜਾਣਦੇ ਵੀ ਗੁਰੂ ਪਾਤਸ਼ਾਹ ਜਿਲੇ ਜੱਗਾਂ ਜੋਧਾਂ ਦੇ ਵਿੱਚ ਨਗਾਰੇ ਤੇ ਚੋਟ ਲਾ ਕੇ ਵਿਰੋਧੀਆਂ ਨੂੰ ਜਾਂ ਬੈਰੀਆਂ ਨੂੰ ਪੁਕਾਰਦੇ ਸੀ, ਉੱਥੇ ਸਾਡੀ ਇਹ ਵੀ ਪਿਰਤ ਰਹੀ ਆ ਵੀ ਜੰਗਾਂ ਯੁੱਧਾਂ ਦੇ ਵਿੱਚ ਜਦੋਂ ਲੰਗਰ ਸਜਾਉਂਦੇ ਸੀ ਉਸ ਵੇਲੇ ਵੀ ਨਗਾਰਾ ਵਜਾਇਆ ਜਾਂਦਾ ਸੀ ਵੀ ਕੋਈ ਇਸ ਧਰਤੀ ਤੇ ਭੁੱਖਾ ਨਾ ਸੌਵੇਂ। ਇਹਨਾਂ ਦੇ ਵਿੱਚ ਜੇ ਦੇਸ਼ ਭਗਤੀ ਦਾ ਜਜ਼ਬਾ, ਉਹ ਸਾਡੇ ਉਸ ਵੇਲੇ ਦੇ ਮਹਾਨ ਸਿੱਖ ਆਗੂ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਜਿਹੜੇ ਸਤਿਕਾਰਤ ਆਗੂ ਤੇ ਉਹਨਾਂ ਦੇ ਮੈਂਬਰ, ਉਹ ਇਹਨਾਂ ਪਿਰਤਾਂ ਤੇ ਪਹਿਰਾ ਦਿੰਦੇ ਰਹੇ, ਜਿਹੜਾ ਅੱਜ ਤੱਕ ਨਿਰੰਤਰ ਜਾਰੀ ਆ। ਔਰ ਇਸ ਮੁਲਕ ਦੇ ਵਿੱਚ ਜਿਹੜਾ ਸਾਰਾਗੜ੍ਹੀ ਸਾਕਾ, ਇਹ ਵੀ ਲਸਾਨੀ ਸਾਕਾ ਆ। 21 ਸਿੰਘਾਂ ਨੇ ਜਿਨ੍ਹਾਂ ਦੀ ਕਮਾਂਡ
ਉਸ ਵੇਲੇ ਦੇ ਫੌਜੀ ਕਰ ਰਹੇ ਸੀ। 10,000 ਬੈਰੀਆਂ ਦੇ ਛੱਕੇ ਛੜਾਏ, ਉਹ ਵੀ ਪਾਕਿਸਤਾਨ ਅਫਗਾਨਿਸਤਾਨ ਦੀ ਧਰਤੀ ਦੇ ਉੱਤੇ। ਸੋ ਇਹ ਜਿਹੜੀਆਂ ਪਿਰਤਾਂ ਪਈਆਂ, ਇਹ ਗੁਰੂ ਦਸਮ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਮੌਤ ਦੇ ਭੈ ਤੋਂ ਦੂਰ ਕੀਤਾ ਸੀ। ਉਹਨੂੰ ਖੰਡੇ ਬਾਟੇ ਦੀ ਬੌਲ ਬਖਸ਼ਿਸ਼ ਕਰਕੇ ਇਹ ਜਿਹੜੀ ਪਿਰਤ ਸੀ ਗੋਰਿਆਂ ਵੇਲੇ ਵੀ ਚੱਲਦੀ ਰਹੀ। ਜਿਹੜੀਆਂ ਸਿੱਖ ਰੈਜੀਮੈਂਟਾਂ ਹੁੰਦੀਆਂ ਸੀ ਉਹ ਸਾਬਤ ਸੂਰਤ ਹੁੰਦੀਆਂ ਸੀ, ਅੰਮ੍ਰਿਤਧਾਰੀ ਹੁੰਦੀਆਂ ਸੀ। ਤੇ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ 125ਵੀਂ ਜਿਹੜੀ ਮੈਂ ਸਮਝਦਾ ਬਰੇਗੰਢ ਤਾਜ਼ਾ ਅੱਜ ਕੀਤੀ ਆ। ਔਰ ਸਰਦਾਰ ਗੁਰਿੰਦਰਪਾਲ ਸਿੰਘ ਜੀ ਜਿਹੜੇ ਇਸ ਫਾਊਂਡੇਸ਼ਨ ਦੇ ਜਿਹੜੇ ਚੇਅਰਮੈਨ ਆ, ਉਹਨਾਂ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਵੇਰੇ ਇਹ ਮਾਰਚ ਸ਼ੁਰੂ ਕਰਕੇ ਇਸ ਸਥਾਨ ਗੁਰਦੁਆਰਾ ਸਾਰਾਗੜ੍ਹੀ ਵਿਖੇ ਲਿਆ ਕੇ ਸਮਾਪਤ ਕੀਤਾ। ਤੇ ਜਿਹਦੇ ਵਿੱਚ ਸਾਡੇ ਹੋਰ ਸਤਿਕਾਰਤ ਆਗੂ ਵੀ ਤੇ ਜਨਰਲ ਜੇ ਸਿੰਘ ਨੇ ਵੀ ਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਆ। ਸੋ ਮੈਂ ਸਮਝਦਾ ਇਹ ਪਿਰਤਾਂ ਜਿਹੜੀਆਂ ਸਿੱਖ ਪੰਥ ਦੇ ਵਿੱਚ ਕੌਮਾਂ ਹੋਰ ਵੀ ਹੋਣਗੀਆਂ, ਕੌਮਾਂ ਹੋਰ ਵੀ ਲੜਦੀਆਂ ਹੋਣਗੀਆਂ, ਪਰ ਗੁਰੂ ਕਾ ਸਿੱਖ ਗੁਰੂ ਤੇ ਟੇਕ ਰੱਖ ਕੇ ਲੜਦਾ ਤੇ ਗੁਰੂ ਸਹਾਈ ਹੁੰਦਾ। ਇਹੋ ਹੀ ਸਤਿਗੁਰੂ ਜੀ ਦਾ ਪਵਿੱਤਰ ਫਲਸਫਾ। ਜੇ ਇਸ ਫਲਸਫੇ ਤਹਿਤ ਉਹਨਾਂ ਨੇ ਆਪਣੇ 21 ਸਿੰਘਾਂ ਨੇ ਆਪਣੇ ਉਹ ਸਾਰੇ ਯੁੱਧ ਦੇ ਜਿਹੜੇ ਉਹ ਆਪਣੇ ਜਲਵੇ ਦਿਖਾਲੇ ਆ। ਸੋ ਇੰਨੀ ਬੇਨਤੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ। ਦੇਸ਼ ਦੀ ਰਾਜਧਾਨੀ ਗਿਆਨੀ ਕੇਵਲ ਸਿੰਘ ਨੂੰ ਮੈਟਰੋ 'ਚ ਚੜ੍ਹਨ ਤੋਂ ਰੋਕਿਆ ਗਿਆ ਸ੍ਰੀ ਸਾਹਿਬ। ਦੇਖੋ, ਜੇ ਮੈਂ ਸਮਝਦਾ ਭਈ ਕਿਹੜੀ ਗੱਲ ਆ, ਜੇ ਤਾਂ ਕਿਸੇ ਵਿਦੇਸ਼ ਦੀ ਹੋਵੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਹੋਵੇ, ਤੇ ਜੇ ਸਿੱਖਾਂ ਨੂੰ ਇਦਾਂ ਜਲੀਲ ਕਰਨਾ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਕਿਉਂਕਿ ਮੈਟਰੋ ਦੇ ਵਿੱਚ ਜਾਣਾ ਠੀਕ ਆ, ਨਿਯਮ ਵੀ ਆ, ਪਰ ਜਿਹੜੇ ਸਾਡੇ ਜਥੇਦਾਰ ਆ ਉਹਨਾਂ ਨੂੰ 3 ਫੁੱਟੀ ਜਿਹੜੀ ਕਿਰਪਾਨ ਅਲਾਉਡ ਆ। ਤੇ ਮੈਂ ਸਮਝਦਾ ਇਦਾਂ ਦੇ ਯਤਨ ਕਰਕੇ ਇੱਕ ਹੀਣ ਭਾਵਤਾ ਜਿਹੀ ਕੌਮ ਦੇ ਵਿੱਚ ਨਾ ਲਿਆਓ, ਇਹ ਠੀਕ ਨਹੀਂ ਕਿ ਅੱਗੇ ਵੀ ਆਪਾਂ ਇਹਨਾਂ ਨਫ਼ਰਤ ਭਰੀਆਂ ਇਦਾਂ ਦੀਆਂ ਛੋਟੇ ਗਲਤ। ਮੈਂ ਤਾਂ ਅੱਜ ਬਿਆਨ ਵੀ ਦਿੱਤਾ, ਅਸੀਂ ਤਾਂ ਹੁਣ 12 ਨੂੰ ਤਾਂ ਇੱਕ ਧਰਨੇ ਦੇ ਰਹੇ ਹਾਂ ਕਾਲੇ ਚੋਲੇ ਪਾ ਕੇ, ਵੀ ਇਸ ਗੱਲ ਦਾ ਅਹਿਸਾਸ ਹੋਊਗਾ। ਉਹ ਤੋਂ ਬਾਅਦ ਹੋਰ ਵੀ ਸਾਨੂੰ ਤਾਂ ਦੁੱਖ ਹੀ ਇਸ ਗੱਲ ਦਾ ਆ ਭਈ ਅਸੀਂ ਇਨਸਾਫ ਲਈ ਜੇ ਇਨਸਾਫ ਮੰਗਦੇ ਤਾਂ ਨਹੀਂ ਮਿਲਦਾ, ਜੇ ਅਸੀਂ ਸੰਘਰਸ਼ ਕਰਦੇ ਹਾਂ ਫੇਰ ਸਾਨੂੰ ਹੋਰ ਅਲਫਾਜ਼ਾਂ ਦੇ ਨਾਲ ਮੁਖਾਤਬ ਕੀਤਾ ਜਾਂਦਾ। ਇਹ ਮੈਂ ਇਸ ਮੁਲਕ ਦੇ ਰਹਿਬਰਾਂ ਨੂੰ ਕਹਿਣਾ ਵੀ ਜੋ ਸਾਡੇ ਸਿੱਖ ਧਰਮ ਦੀਆਂ ਪਿਰਤਾਂ ਆ ਇਹ ਵਿਲੱਖਣ ਆ, ਗੁਰੂ ਸਾਹਿਬ ਦੇ ਵੇਲੇ ਦੀਆਂ ਪਾਈਆਂ ਆ, ਸਿੱਖ ਪੰਥ ਦੀਆਂ ਪਾਈਆਂ ਆ, ਇਹਨਾਂ ਨਾਲ ਛੇੜਛਾੜ ਨਾ ਕਰੋ। ਪ੍ਰੋਗਰਾਮ ਲਿਖਿਆ ਗਿਆ ਜੀ 12 ਸਤੰਬਰ ਦਾ ਪ੍ਰੋਗਰਾਮ ਕੀ ਲਿਖਿਆ ਗਿਆ ਇਹਦਾ? 12 ਨੂੰ ਅਸੀਂ ਸਾਰੇ ਹੈੱਡਕੁਆਟਰਸ ਦੇ ਉੱਤੇ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਹੋਰ ਸਿੱਖ ਪੰਥ ਦੀਆਂ ਜਿਹੜੀਆਂ ਪੰਥ ਦਰ ਦੀ ਜਥੇਬੰਦੀਆਂ, ਸਿੰਘ ਸਭਾਵਾਂ, ਉਹ ਸਾਰੇ ਚੇਚੇ ਤੌਰ ਤੇ ਇੱਕ ਮਕਾਮ ਤੋਂ ਕਾਲੇ ਚੋਲੇ ਪਾ ਕੇ ਕਾਲੀਆਂ ਦਸਤਾਰਾਂ ਸਜਾ ਕੇ ਤੁਰਨਗੇ। ਤੇ ਅਸੀਂ ਡਿਸਟ੍ਰਿਕਟ ਹੈੱਡਕੁਆਟਰ ਡੀਸੀ ਸਾਹਿਬਾਨਾਂ ਦੇ ਉਹਨਾਂ ਆਪਣੇ ਦਫ਼ਤਰਾਂ ਦੇ ਮੂਹਰੇ 3-3 ਘੰਟੇ ਦਾ ਘੱਟੋ ਘੱਟ ਉਹ ਧਰਨਾ ਦੇਵਾਂਗੇ। ਮੰਗ ਸਾਡੀ ਜਿਹੜੇ 9 ਜਿਨ੍ਹਾਂ ਦੀ ਲਿਸਟ ਵੀ ਮੈਂ ਜਾਰੀ ਕੀਤੀ ਆ, ਉਹਨਾਂ ਬੰਦੀਆਂ ਦੀ ਰਿਹਾਈ ਆ, ਤੇ ਉਹਨਾਂ ਤੋਂ ਇਲਾਵਾ ਵੀ ਹੋਰ ਵੀ ਸਾਡੇ ਹੈਗੇ ਸਿੱਖ, ਉਹਨਾਂ ਦੀ ਰਿਹਾਈ ਜਿਹੜਾ ਸਾਡਾ ਮੇਨ ਮੁੱਦਾ ਆ। ਗੁਰੂ ਅਮਰਦਾਸ ਜੀ ਦਾ ਜੋਤੀ ਕਿਉਂ ਦਿਵਸ ਮਨਾਇਆ ਜਾ ਰਿਹਾ? ਅੱਜ ਮੈਂ ਸਮਝਦਾ ਸਤਿਗੁਰੂ ਜੀ ਨੇ ਇਸ ਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਕਿਉਂਕਿ ਅਕਸਰ ਅਸੀਂ ਕਹਿ ਦਿੰਦੇ ਆ ਭਈ ਉਮਰ ਦਾ ਤਕਾਜ਼ਾ ਹੁੰਦਾ, ਚਾਹੇ ਬੱਚਾ ਹੋਵੇ ਉਮਰ ਦਾ, ਚਾਹੇ ਸਿਆਣਾ ਹੋਵੇ। ਸਤਿਗੁਰੂ ਜੀ ਨੇ ਇਹੋ ਜਿਹੀਆਂ ਪਿਰਤਾਂ ਪਾਈਆਂ ਜਿਹੜੀਆਂ ਇਹਦੇ ਵਿੱਚ ਉਮਰ ਦਾ ਤਕਾਜ਼ਾ ਹੀ ਖਤਮ ਕਰ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੱਡੀ ਉਮਰ ਦੇ ਵਿੱਚ ਜਾ ਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਕੀਤੀ। ਉਤੋਂ ਹੀ ਸਤਿਗੁਰੂ ਜੀ ਨੇ ਵੀ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਅੱਜ ਉਹਨਾਂ ਦਾ ਪਵਿੱਤਰ ਜੋਤੀ ਜੋਤ ਦਿਵਸ ਆ, ਤੇ ਮੈਂ ਸਮਝਦਾ ਗੁਰੂ ਸਾਹਿਬ ਜੀ ਨੇ ਵਧੇਰੇ ਉਮਰ ਦੇ ਵਿੱਚ ਵੀ ਇਹ ਕਰਕੇ ਦਿਖਾ ਲਿਆ ਕਿ ਅਕਾਲ ਪੁਰਖ ਦੀ ਆਰਾਧਨਾ ਦੇ ਵਿੱਚ ਜਿਹੜਾ ਮਨੁੱਖ ਹਿਰਦੇ ਤੋਂ ਜੁੜ ਜਾਂਦਾ, ਉੱਥੇ ਫਿਰ ਸਰੀਰ ਦੀ ਕਲਪਨਾ ਜਿਹੜੀ ਉਹ ਸਾਰੀ ਮੁੱਕ ਜਾਂਦੀ। ਹਿੱਤ ਸਾਹਿਬ ਦਾ ਦੇਹਾਂਤ ਹੋਇਆ ਜੀ। ਦੇਖੋ, ਮੈਂ ਸਮਝਦਾ ਪਈ ਸਰਦਾਰ ਅਵਤਾਰ ਸਿੰਘ ਹਿੱਤ ਜਿਹੜੇ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਰਹੇ, ਸ਼੍ਰੋਮਣੀ ਗੁਰਦੁਆਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ, ਪੰਜਾਬ 'ਚ ਵੀ ਚੇਅਰਮੈਨ ਰਹੇ, ਤੇ ਹੁਣ ਮੌਜੂਦਾ ਤੌਰ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਹਰਿਮੰਦਰ ਦੇ ਉਹ ਪ੍ਰਧਾਨ ਸੀਗੇ। ਉਹਨਾਂ ਦਾ ਅਕਾਲ ਚਲਾਣਾ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ, ਪਰ ਸਤਿਗੁਰੂ ਜੀ ਦੀ ਖੇਡ ਆ, ਹੁਕਮ ਦੇ ਵਿੱਚੇ ਸਾਰਾ ਕੁਝ ਚੱਲਦਾ, ਤੇ ਹੁਕਮ ਦੇ ਵਿੱਚੇ ਬੰਦਾ ਆਉਂਦਾ, ਹੁਕਮ ਦੇ ਵਿੱਚੇ ਚਲਿਆ ਜਾਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਮਹਾ ਰੈਲੀ ਕੀਤੀ ਗਈ। ਮੁਲਾਜ਼ਮਾਂ ਅਤੇ
ਪੈਨਸ਼ਨਰਾਂ ਨੇ ਵੱਡੀ ਰੈਲੀ ਅਤੇ ਮੁਜ਼ਾਹਰਾ ਕਰਨ ਤੋਂ ਬਾਅਦ ਸੰਗਰੂਰ ਬਰਨਾਲਾ ਕੌਮੀ ਮਾਰਗ ਜਾਮ ਕਰ ਦਿੱਤਾ ਗਿਆ। ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੀ ਮੰਗ ਕਰ ਰਹੇ ਹਨ ਅਤੇ ਇਸ ਤੋਂ ਪਹਿਲਾਂ ਰੈਲੀ 'ਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਮੁਲਾਜ਼ਮ ਅਤੇ ਪੈਨਸ਼ਨਰਜ਼ ਪਹੁੰਚੇ ਹਨ। ਨੇਤਾਵਾਂ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗੱਲਬਾਤ ਨਹੀਂ ਸੁਣ ਰਹੀ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਪੰਜਾਬ ਦੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਸਗੋਂ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਫੈਸਲੇ ਕਰ ਰਹੀ ਹੈ। ਨੇਤਾਵਾਂ ਨੇ ਕਿਹਾ ਹੈ ਕਿ ਉਹਨਾਂ ਦੀ ਮੰਗ ਹੈ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਮਾਣ ਪੱਤਾ ਅਤੇ ਹੋਰ ਕਈ ਭੱਤੀਆਂ ਸਮੇਤ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। ਮੇਰਾ ਗੁਰਜੰਟ ਸਿੰਘ ਵਾਲੀਆ ਜੀ, ਸੂਬਾ ਪ੍ਰਧਾਨ ਅਧਿਆਪਕ ਦਲ ਪੰਜਾਬ। ਪ੍ਰਧਾਨ ਜੀ, ਅੱਜ ਮੰਡੀ 'ਚ ਰੋਸ ਪ੍ਰਦਰਸ਼ਨ ਕੀਤਾ ਹੈ ਪੰਜਾਬ ਸਰਕਾਰ ਨੇ, ਕੀ ਤੁਹਾਡੀਆਂ ਮੰਗਾਂ ਨੇ ਤੇ ਕਿਹੜੀ ਯੂਨੀਅਨ ਤੁਹਾਡੇ ਨਾਲ ਹੈ? ਇਹ ਸਾਡਾ ਜੀ ਪੰਜਾਬ ਡਿਊਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਵੱਲੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਸਾਰੀਆਂ ਸਮੂਹਿਕ ਜਥੇਬੰਦੀਆਂ, ਲਗਭਗ 27 ਜਥੇਬੰਦੀਆਂ ਨੇ ਤੇ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕਰਨ ਆਈਆਂ ਨੇ। ਉਹ ਸਰਕਾਰ ਜਿਹੜੀ 6 ਮਹੀਨੇ ਪਹਿਲਾਂ ਜਦੋਂ ਅਸੀਂ ਪੁਰਾਣੀ ਸਰਕਾਰ ਦੇ ਵਿਰੁੱਧ ਮੁਜ਼ਾਹਰੇ ਕਰ ਰਹੇ ਸੀ, ਧਰਨੇ ਦੇ ਰਹੇ ਸੀ ਔਰ ਟੈਂਕੀਆਂ ਦੇ ਵੀ ਚੜ੍ਹੇ ਹੋਏ ਸੀ ਸਾਡੇ ਸਾਥੀ, ਜਿਨ੍ਹਾਂ ਨੂੰ ਬਹੁਤ ਹੀ ਘੱਟ ਮਾਣ ਭੱਤਾ ਮਿਲਦਾ ਹੈ ਔਰ ਇੰਨੀ ਮਹਿੰਗਾਈ ਦੇ ਬਾਵਜੂਦ ਉਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਹੈਗਾ। ਉਹ ਟੈਂਕੀ ਦੇ ਉੱਤੇ ਚੜ੍ਹ ਕੇ ਆਤਮ ਹੱਤਿਆ ਕਰਨ ਲਈ ਤਿਆਰ ਸੀ। ਇਹ ਲੋਕ ਜਿਹੜੇ ਅੱਜ ਸਰਕਾਰ 'ਚ ਨੇ, ਇਹ ਸਾਡੇ ਨਾਲ ਬੈਠੇ ਸਾਨੂੰ ਵਿਸ਼ਵਾਸ ਦਿਵਾਇਆ ਇਹਨਾਂ ਲੋਕਾਂ ਨੇ ਕਿ ਜੇ ਸਾਡੀ ਸਰਕਾਰ ਲਿਆਉਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਸਾਰੀਆਂ ਅਸੀਂ ਮੰਗਾਂ ਵੀ ਪੂਰੀਆਂ ਕਰਾਂਗੇ। ਭਾਵੇਂ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਸੀ, ਭਾਵੇਂ ਪੇ ਕਮਿਸ਼ਨ ਨੂੰ ਪੂਰਨ ਰੂਪ 'ਚ ਲਾਗੂ ਕਰਨ ਦੀ ਗੱਲ ਸੀ, ਭਾਵੇਂ ਭੱਤੇ ਬਹਾਲ ਕਰਨ ਦੀ ਗੱਲ ਸੀ ਤੇ ਭਾਵੇਂ ਬੀਬੀਆਂ ਜਿਹੜੀਆਂ ਕੁੱਟ ਵਾਲੀਆਂ ਬੀਬੀਆਂ ਨੇ ਉਹਨਾਂ ਦਾ ਮਾਣ ਭੱਤਾ ਵਧਾਉਣ ਵਾਲੀ ਗੱਲ ਸੀ, ਜਾਂ ਜਿਹੜੇ ਸਾਡੇ ਨੌਜਵਾਨ ਸਾਥੀ ਨੇ ਤਾਂ ਉਹਨਾਂ ਨੂੰ ਕਿਹਾ ਸੀ ਕਿ ਇਹ ਬਾਹਰਲੇ ਮੁਲਕ 'ਚ ਜਹਾਜ਼ ਚੜ੍ਹਨ ਤੋਂ ਹਟਾ ਦਾਂਗੇ। ਲੇਕਿਨ ਜੇ ਅੱਜ ਅਸੀਂ ਦੇਖਦੇ ਹਾਂ ਤਾਂ ਸਾਡੀ ਵਾਅਦੇ ਤਾਂ ਕੀ, ਸਾਡੀ ਗੱਲ ਸੁਣਨ ਨੂੰ ਸਰਕਾਰ ਤਿਆਰ ਨਹੀਂ ਹੈ। ਇਹ ਉਹ ਸਰਕਾਰ ਹੈ ਜਿਹੜੀ ਸਾਨੂੰ ਕਹਿੰਦੀ ਸੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨਾਲੋਂ ਅਸੀਂ ਅਲੱਗ ਹਾਂ, ਅਸੀਂ ਤੁਹਾਨੂੰ ਵਾਅਦੇ ਨਹੀਂ ਕਰਦੇ, ਅਸੀਂ ਗਰੰਟੀ ਦਿੰਦੇ ਹਾਂ। ਗਰੰਟੀ ਦਾ ਮਤਲਬ ਕਹਿੰਦੇ ਸੀ ਉਹ ਹੈ ਜੋ ਕਹਿਤਾ ਉਹ ਕਰਿਆ। ਸਾਨੂੰ ਦਿੱਲੀ ਦਾ ਮਾਡਲ ਦਿਖਾਇਆ ਗਿਆ, ਉਹ ਦਿੱਲੀ ਦਾ ਮਾਡਲ ਅਸੀਂ ਤਾਂ ਦੇਖਿਆ ਨਹੀਂ ਸੀ, ਪਰ ਅੱਜ ਜਦੋਂ ਭਗਵੰਤ ਮਾਨ ਹਿਮਾਚਲ 'ਚ ਬੋਲਦਾ ਜਾਂ ਗੁਜਰਾਤ 'ਚ ਬੋਲਦਾ ਕਿ ਪੰਜਾਬ 'ਚ ਆਹ ਵਾਅਦੇ ਪੂਰੇ ਕਰਤੇ ਤਾਂ ਸਾਨੂੰ ਰੋਸ ਪੈਦਾ ਹੁੰਦਾ ਸਾਡੇ ਅੰਦਰ ਕਿ ਉਹ ਪਤਾ ਗੱਲ ਸੁਣਨ ਨੂੰ ਤਿਆਰ ਨਹੀਂ, ਤੁਸੀਂ ਵਾਅਦਿਆਂ ਦੀ ਗੱਲ ਕਰ ਰਹੇ ਹੋ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਪੰਜਾਬ ਦਾ ਸਮੁੱਚਾ ਵਰਗ ਜਿਹਦੇ ਅੰਦਰ ਇੱਕ ਰੋਸ ਪੈਦਾ ਹੋਇਆ ਸੀ ਉਹ ਸੰਗਰੂਰ ਦੀ ਧਰਤੀ ਤੇ ਪਹੁੰਚਿਆ ਹੋਇਆ ਉਹ ਸਰਕਾਰ ਨੂੰ ਜਗਾਉਣ ਦੇ ਲਈ, ਉਹ ਸਰਕਾਰ ਦੀ ਜਾਗ ਖੋਲ੍ਹਣ ਦੇ ਲਈ ਔਰ ਆਪਣੀਆਂ ਮੰਗਾਂ ਬਣਾਉਣ ਲਈ। ਜੇ ਗੱਲ ਕਰੀਏ ਪ੍ਰਧਾਨ ਜੀ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਆਈ ਨੂੰ 6 ਮਹੀਨੇ ਹੋਏ ਨੇ ਕਿ ਆਪਾਂ ਜਿਹੜੇ ਪ੍ਰਦਰਸ਼ਨ ਨੇ ਉਹ ਇੰਨੇ ਤੇਜ਼ ਹੋ ਚੁੱਕੇ ਕਿ ਸਰਕਾਰ ਨੂੰ ਕੁਝ ਟਾਈਮ ਦੇਣਾ ਚਾਹੀਦਾ? ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਨੂੰ ਸਰਕਾਰ ਨੂੰ ਟਾਈਮ ਦੇਣਾ ਚਾਹੀਦਾ ਹੈ। ਅਸੀਂ ਸਰਕਾਰ ਨੂੰ ਗੱਲਬਾਤ ਕਰਨ ਲਈ ਕਿਹਾ, ਸਰਕਾਰ ਗੱਲਬਾਤ ਕਰਨ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੀ। ਜਿਹੜੀ ਸਰਕਾਰ ਸਾਡੇ ਵਿੱਚ ਬਹਿੰਦੀ ਸੀ ਧਰਨਿਆਂ ਦੇ ਵਿੱਚ, ਜਿਹੜੀ ਸਾਨੂੰ ਜੂਸ ਪਿਆ ਕੇ ਸਾਡੇ ਸਾਥੀਆਂ ਦੇ ਮਰਨ ਵਰਤ ਖਿਲਾਉਂਦੀ ਸੀ, ਅੱਜ ਉਹ ਸਰਕਾਰ ਸਾਨੂੰ ਬੁਲਾਉਣ ਲਈ ਤਿਆਰ ਨਹੀਂ, ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ, ਸਾਡੀ ਦੁੱਖ ਤਕਲੀਫ ਸੁਣਨ ਨੂੰ ਤਿਆਰ ਨਹੀਂ। ਤਾਂ ਉਹ ਜਦੋਂ ਕੋਈ ਸਰਕਾਰ ਦੁੱਖ ਤਕਲੀਫ ਸੁਣਨ ਨੂੰ ਤਿਆਰ ਨਹੀਂ, ਉਦੋਂ ਅਸੀਂ ਆਪਣੇ ਵਾਅਦਿਆਂ ਦੀ ਜਾਂ ਆਪਣੇ ਕੰਮਾਂ ਦੀ ਜਾਂ ਸਾਡੀਆਂ ਮੰਗਾਂ ਦੀ ਵੀ ਉਹ ਪੂਰੀਆਂ ਕਰੂਗੀ ਕੀ ਆਸ ਰੱਖ ਸਕਦੇ। ਇਸ ਕਰਕੇ ਅਸੀਂ ਅੱਜ ਉਹਨੂੰ ਜਗਾਉਣ ਵਾਸਤੇ ਆਏ ਹਾਂ ਵੀ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀਆਂ ਮੰਗਾਂ ਮਨਾਉਣੀਆਂ ਆਉਂਦੀਆਂ ਨੇ, ਕਿਉਂਕਿ ਇਹ ਪੰਜਾਬ ਉਹ ਸਟੇਟ ਹੈ ਜਿਹੜੀ ਨੇ ਦਿੱਲੀ ਦੇ ਵਿੱਚ ਜਦੋਂ ਸੈਂਟਰ ਦੀ ਸਰਕਾਰ ਨੇ 3 ਮਾਰੂ ਕਾਨੂੰਨ ਖੇਤੀ ਦੇ ਵਿਰੁੱਧ ਲਿਆਂਦੇ ਸੀ ਔਰ 1 ਸਾਲ ਦੇ ਅੰਦਰ ਉਹਦਾ ਧੂਆਂ ਕੱਢਤਾ ਸੀ ਔਰ ਉਹ ਵਾਪਸ ਲੈਣੇ ਪਏ ਸੀ ਮੋਦੀ ਸਰਕਾਰ ਨੂੰ। ਤੇ ਉਹ ਕੌਮ ਹੈ, ਜੇ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਾਲਤ ਕਰਾਂਗੇ ਜਿਹੜੀ ਜਿਵੇਂ ਸੈਂਟਰ ਸਰਕਾਰ ਦੀ ਕਰੀ ਸੀ। ਅਸੀਂ ਸਮੁੱਚਾ ਮੁਲਾਜ਼ਮ
ਉਹ ਚੰਡੀਗੜ੍ਹ ਦੀ ਜੂਹ ਤੇ ਬੈਠਾਂਗੇ ਔਰ ਇਹਨਾਂ ਦਾ ਇਹ ਨਹੀਂ ਪਤਾ ਵੀ ਇੱਕ ਦਿਨ ਲਈ 2 ਦਿਨ ਲਈ ਬੈਠਾਂਗੇ। ਜਿੰਨਾ ਚਿਰ ਇਹਨਾਂ ਨੇ ਸਾਡੀਆਂ ਮੰਗਾਂ ਇੱਕ ਜੋ ਸਾਨੂੰ ਗਰੰਟੀ ਦਿੱਤੀ ਹੈ, ਗਰੰਟੀ ਬਾਈ ਜੀ ਤੁਸੀਂ ਸਮਝਦੇ ਹੋ ਕੀ ਹੁੰਦੀ ਹੈ? ਗਰੰਟੀ ਉਹ ਹੁੰਦੀ ਹੈ ਜਿਹੜੀ ਇੱਕ ਜਿਵੇਂ ਆਪਾਂ ਜ਼ਮੀਨ ਦਾ ਕਿਸੇ ਦਾ ਇੰਤਕਾਲ ਕਰਾ ਦਿੰਦੇ ਆ, ਠੀਕ ਹੈ ਨਾ, ਜਦੋਂ ਇੰਤਕਾਲ ਹੋ ਗਿਆ ਜ਼ਮੀਨ ਉਹਦੀ ਹੋ ਜਾਂਦੀ ਹੈ। ਤਾਂ ਇਹਨਾਂ ਨੇ ਦੂਜੀਆਂ ਸਰਕਾਰਾਂ ਨੇ ਵਾਅਦੇ ਕਰੇ ਸੀ, ਉਹ ਵਾਅਦੇ ਤੋਂ ਸਾਡਾ ਵਿਸ਼ਵਾਸ ਉੱਠਿਆ ਹੋਇਆ ਸੀ। ਇਹਨਾਂ ਨੇ ਸਾਨੂੰ ਗਰੰਟੀਆਂ ਦਿੱਤੀਆਂ ਸੀ, ਉਹ ਗਰੰਟੀਆਂ ਜਦੋਂ ਇਹਨਾਂ ਨੇ ਸਾਥੋਂ ਗਰੰਟੀਆਂ ਦੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਨਾ, ਉਹਦੇ ਵਜੋਂ ਅਸੀਂ ਇਕੱਠੇ ਹੋਏ ਹਾਂ। ਇਹ ਸੀ ਅੱਜ ਦਾ ਵਿਸ਼ੇਸ਼ ਬੁਲਟਨ। ਕੱਲ੍ਹ ਨੂੰ ਫਿਰ ਤੋਂ ਇਸੇ ਸਮੇਂ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਤਾਜ਼ਾ ਖਬਰਾਂ ਦੇ ਨਾਲ। ਤੇ ਹੁਣ ਲਈ ਦੋ ਸਾਨੂੰ ਇਜਾਜ਼ਤ। ਦੇਖਦੇ ਰਹੋ ਅਜੀਤ ਵੈਬ TV।